प्यारे बच्चों, अज असी ਸਾਹਿਤਮਾਲਾ ਦੀ ਪਾਠ ਪੁਸਤਕ ਵਿੱਚ ਦਰਜ ਵਾਰਤਕ ਭਾਗ ਵਿੱਚੋਂ ਮੁੜ ਵੇਖਿਆ ਪਿੰਡ ਜਿਹੜਾ ਕਿ ਬਲਰਾਜ ਸਾਹਨੀ ਜੀ ਦੁਆਰਾ ਲਿਖਿਆ ਗਿਆ ਹੈ ਪੜਨ ਜਾ ਰਹੇ ਹਾਂ। 16 ਅਕਤੂਬਰ 1962 ਈਸਵੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਥਾਣੇ ਰਿਪੋਰਟ ਲਿਖਾਈ, ਫਿਰ ਬੱਸਾਂ ਦੇ ਅੱਡੇ ਉੱਤੇ ਜਾ ਪੁੱਜੇ। ਭੇਰਾ ਵੀ 60-70 ਮੀਲ ਦਾ ਪੈਂਡਾ ਸੀ। ਸਿਕੰਦਰ ਨਾਲ ਸੀ, ਸਗੋਂ ਦੋ ਮਿੱਤਰ ਹੋਰ ਵੀ ਤਿਆਰ ਹੋ ਪਏ ਸਨ। ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ। ਮੇਰੇ ਉੱਪਰ ਭੇਰੇ ਜਾ ਕੇ ਜਜ਼ਬਿਆਂ मतलब कि इछावां ਦਾ ਕਿ ਤੂਫਾਨ ਟੁੱਟਣਾ ਸੀ। ਉਸ ਵੇਲੇ ਮੈਨੂੰ ਨਹੀਂ ਸੀ ਪਤਾ। ਉਸ ਵੇਲੇ ਭੇਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਿਆ ਸੀ। ਮੁਹਿੰਮ मतलब कि ਕੋਈ ਛੋਟੀ ਜਿਹੀ ਮੁਹਿੰਮ मतलब कि ਬਹੁਤ ਔਖਾ ਕੰਮ। ਬਸ ਭੇਰੇ ਵੱਲ ਨੱਠਦੀ ਜਾ ਰਹੀ ਸੀ, ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਉਂਦਾ ਕਿ ਸੱਚਮੁੱਚ ਮੈਂ ਥੋੜ੍ਹੇ ਚਿਰ ਅੰਦਰ ਭੇਰੇ ਪੁੱਜ ਜਾਵਾਂਗਾ। ਪਿਛਲੀ ਵਾਰੀ ਜਦੋਂ ਭੇਰਾ ਵੇਖਿਆ ਸੀ 40 ਸਾਲ ਪੁਰਾਣੀ ਗੱਲ ਹੈ। ਉਦੋਂ ਮੇਰੀ ਉਮਰ ਹੋਵੇਗੀ ਮਸਾਂ 8-9 ਸਾਲਾਂ ਦੀ। ਭੇਰਾ ਨਿੱਕਾ ਜਿਹਾ ਸ਼ਹਿਰ ਸੀ। ਉਹਦੀ ਗਲੀ ਗਲੀ ਤੇ ਚੱਪੇ ਚੱਪੇ ਦੀਆਂ ਦੌੜਾਂ ਮਾਰ ਛੱਡਦੇ ਖੁਖਰਾਨ ਬਰਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ। ਸਾਨੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਹਲੀਆਂ ਦਾ ਆਦਿ। ਪਤਾ ਨਹੀਂ ਮੁਹੱਲੇ ਕਦੋਂ ਤੇ ਕਿਸ ਤਰ੍ਹਾਂ ਬਣੇ। ਹਰ ਮੁਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ। ਮੇਰੇ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਸਵੇਰੇ ਮੂੰਹ ਹਨੇਰੇ ਜਿਹਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ। ਕਦੇ ਕਦੇ ਮੈਂ ਤੇ ਮੇਰਾ ਛੋਟਾ ਭਰਾ ਭੀਸਮ ਨਾਲ ਤੁਰ ਪੈਂਦੇ ਸਾਂ। ਪਹਿਲਾ ਪੜਾਅ ਚਿੜੀ ਚੌਕ, ਦੂਜਾ ਘੜੀ ਭੰਨ ਅਤੇ ਤੀਜਾ ਔਖਾ ਪੈਂਡਾ ਦਰਿਆ ਤੀਕ ਦਾ, ਜੋ ਘੜੀ ਮੁੜੀ ਛੱਡ ਕੇ ਕਦੇ ਨੇੜੇ ਤੇ ਕਦੇ ਦੂਰ ਚਲਾ ਜਾਂਦਾ ਸੀ। ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ ਇੱਕ ਅਨੋਖਾ ਮੇਲਾ ਲੱਗਦਾ ਹੁੰਦਾ ਸੀ। ਸਾਰੇ ਸ਼ਹਿਰ ਦੀਆਂ ਚਿੜੀਆਂ ਇੱਥੇ ਇਕੱਤਰ मतलब कि ਇਕੱਠੀਆਂ। ਕਦੇ ਕਦੇ ਰਾਤੀ ਸਾਡੇ ਹੇਠਲੇ ਸੂਫੇ ਵਿੱਚ ਤ੍ਰਿੰਜਣ ਲੱਗਦਾ। ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸੇਤ मतलब कि ਨਾਲ ਮਾਤਾ ਜੀ ਦੀ ਚਤੁਰ ਪ੍ਰਧਾਨਗੀ ਹੇਠ ਸਾਰੀ ਰਾਤ ਚਰਖਾ ਕੱਤਦੀਆਂ। ਲੇਖ ਦੱਸਦਾ ਹੈ ਕਿ ਉਸਨੇ 70-80 ਮੀਲ ਦਾ ਪੈਂਡਾ ਤੈਅ ਕਰਕੇ ਭੇਰੇ ਜਾਣਾ ਸੀ। ਉਸਦੇ ਨਾਲ ਹੋਰ ਵੀ ਬਹੁਤ ਜਾਣੇ ਸਨ। ਕਹਿੰਦੇ ਕਿ ਬੱਸ ਜਲਦੀ ਤੁਰੀ ਜਾ ਰਹੀ ਸੀ ਤੇ ਭੇਰੇ ਦਾ ਰਸਤਾ ਨੇੜੇ ਆ ਰਿਹਾ ਸੀ। ਕਹਿੰਦੇ ਉਹ ਪਹਿਲਾਂ ਵੀ ਭੇਰੇ ਗਿਆ ਸੀ। 40 ਸਾਲ ਪਹਿਲਾਂ ਦੀ ਗੱਲ ਦੱਸਦਾ ਹੈ। ਉਦੋਂ ਕਹਿੰਦੇ ਉਸਦੀ ਉਮਰ ਸਿਰਫ 8-9 ਸਾਲਾਂ ਦੀ ਸੀ। ਉਦੋਂ ਕਹਿੰਦੇ ਭੇਰਾ ਇੱਕ ਛੋਟਾ ਜਿਹਾ ਸ਼ਹਿਰ ਸੀ। ਉਹਦੀਆਂ ਗਲੀਆਂ ਵਿੱਚ ਉਹ ਕਹਿੰਦੇ ਖੇਡਦੇ ਸੀ। ਉੱਥੇ ਕਹਿੰਦੇ ਅਲੱਗ-ਅਲੱਗ ਮੁਹੱਲੇ ਬਣੇ ਹੋਏ ਸੀ। ਕੋਈ ਸਾਨੀਆਂ ਦਾ ਮੁਹੱਲਾ, ਆਨੰਦਾਂ ਦਾ, ਕੋਹਲੀਆਂ ਦਾ। ਪਰ ਇਹ ਨਹੀਂ ਸੀ ਪਤਾ ਕਿ ਕਿਉਂ ਬਣੇ ਹੋਏ ਨੇ, ਕਦੋਂ ਬਣੇ ਨੇ, ਕਿਸ ਨੇ ਬਣਾਏ ਨੇ। ਕਹਿੰਦੇ ਹਰੇਕ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ। ਮੇਰੇ ਤਾਈ ਜੀ ਕਹਿੰਦੇ ਆਪਣੇ ਸਹੇਲੀਆਂ ਨਾਲ ਇਸ਼ਨਾਨ ਕਰਨ ਜਾਂਦੇ ਸੀ ਜਿਹਲਮ ਦਰਿਆ 'ਤੇ। ਕਹਿੰਦੇ ਮੈਂ ਤੇ ਮੇਰਾ ਭਰਾ ਵੀ ਕਈ ਵਾਰ ਨਾਲ ਚਲੇ ਜਾਂਦੇ ਸੀ। ਅਤੇ ਕਹਿੰਦੇ ਚਿੜੀ ਚੌਕ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਸੀ, ਜਿੱਥੇ ਕਹਿੰਦੇ ਸ਼ਹਿਰ ਦੀਆਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਤ੍ਰਿੰਜਣ ਇਕੱਠੀਆਂ ਹੁੰਦੀਆਂ ਸੀ। ਅਤੇ ਕਹਿੰਦੇ ਤ੍ਰਿੰਜਣ ਦਾ ਮੇਲਾ ਵੀ ਲੱਗਦਾ ਸੀ। ਅਤੇ ਕਹਿੰਦੀਆਂ ਮੇਰੀਆਂ ਦੋਵੇਂ ਭੈਣਾਂ ਆਪਣੀਆਂ ਸਹੇਲੀਆਂ ਨਾਲ ਮਾਤਾ ਜੀ ਦੀ ਪ੍ਰਧਾਨਗੀ ਹੇਠ ਸਾਰੀ ਰਾਤ ਚਰਖਾ ਕੱਤਦੀਆਂ ਹੁੰਦੀਆਂ ਸੀ। ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ਼ ਪਾ ਗਈਆਂ। ਕਣਕ ਹਰੇ ਭਰੇ ਖੇਤ, ਜਿਨ੍ਹਾਂ ਵਿੱਚ ਲੁਕਣ ਮਿੱਟੀ ਖੇਡਦੇ ਸਾਂ, ਜਿਨ੍ਹਾਂ ਦੇ ਬੂਟੇ ਤੋੜ ਕੇ ਤੂਤਨੀਆਂ ਜਿਹੜੇ ਕਿ ਛੋਟੇ-ਛੋਟੇ ਵਾਜੇ ਬਣਾਉਂਦੇ ਸਾਂ, ਸਿੱਟੇ ਤੋੜ ਕੇ ਸ਼ਰਾਰਤ ਨਾਲ ਰਾਹ ਲੰਘਦਿਆਂ ਦੀਆਂ ਸਲਵਾਰਾਂ ਤੇ ਪਹੁੰਚਿਆਂ ਵਿੱਚ ਘਸੇੜ ਸੁੱਟਦੇ ਸਾਂ। ਖੂਹਾਂ ਦੇ ਪਾਣੀ, ਖੇਤਾਂ ਵਿੱਚ ਸੱਜਰੀਆਂ ਪੁੱਟੀਆਂ ਮੂਲੀਆਂ ਤੇ ਗਾਜਰਾਂ। ਉਸ ਜ਼ਮਾਨੇ ਤੋਂ ਬਾਅਦ ਕਦੇ ਤਾਂ ਮੈਂ ਫਿਰ ਪੇਂਡੂ ਜੀਵਨ ਦਾ ਸਵਾਦ ਨਹੀਂ ਮਾਣਿਆ। ਜੋ ਕੁਝ ਕਰਦੇ ਸੀ ਉਸ ਦੀ ਗੱਲ ਕੀਤੀ ਜਾ ਰਹੀ ਕਿ ਲੁਕਣ ਮਿੱਚੀ ਖੇਡਦੇ ਸੀ ਅਤੇ ਬੂਟੇ ਤੋੜ ਕੇ ਉਹਨਾਂ ਦੀ ਤੂਤਨੀਆਂ ਬਣਾਉਂਦੇ ਸੀ। ਖੇਤਾਂ ਵਿੱਚ ਕਹਿੰਦੇ ਜਿਹੜੇ ਸੱਜਰੀਆਂ ਮੂਲੀਆਂ ਅਤੇ ਗਾਜਰਾਂ ਪੱਟਣ ਦਾ ਵੱਖਰਾ ਹੀ ਸਵਾਦ ਸੀ, ਪਰ ਕਹਿੰਦੇ ਉਹ ਸਵਾਦ ਬਾਅਦ 'ਚੋਂ ਮੈਨੂੰ ਦੇਖਣ ਨੂੰ ਨਹੀਂ ਮਿਲਿਆ। ਲਾਗਲੀ ਸੀਟ ਉੱਤੇ ਇੱਕ ਬੁੱਢੜੀ ਸੁਆਣੀ ਆਪਣੇ ਪੁੱਤਰ ਨੂੰ ਨਾਲ ਲੈ ਆ ਬੈਠੀ। ਮੈਨੂੰ ਜਾਪਿਆ ਜਿਵੇਂ ਮੇਰੀ ਮਾਂ ਆ ਬੈਠੀ ਹੋਵੇ। ਉਹੀ ਪਹਿਰਾਵਾ, ਉਹ ਬੋਲੀ, ਉਹ ਮੇਰੇ ਆਪਣੇ ਬਿਲਕੁਲ ਆਪ ਦੇ ਲੋਕ। ਕੀ ਦੱਸਾਂ ਮੇਰੇ ਮਨ ਦੀ ਕੀ ਦਸ਼ਾ ਹੋ ਗਈ। ਦਸ਼ਾ मतलब ਕਿ ਹਾਲਤ। ਬੱਸ ਭੁੱਲੋਵਾਲ ਦੇ ਅੱਡੇ ਉੱਤੇ ਆ ਰੁਕੀ। ਮੈਨੂੰ ਨਹੀਂ ਸੀ ਪਤਾ ਕਿ ਭੁੱਲੋਵਾਲ ਭੇਰੇ ਤੋਂ ਕੁੱਲ 10-12 ਮੀਲ ਦੀ ਵਾਟ ਉੱਤੇ ਹੈ। ਡਰਾਈਵਰ ਨੇ ਦੱਸਿਆ ਕਿ ਬੱਸ ਇੱਥੇ ਪੌਣਾ ਘੰਟਾ ਖਲੋਤੀ ਰਹੇਗੀ। ਕੁੱਲ 3 ਘੰਟੇ ਤਾਂ ਰਹਿ ਗਏ ਸਨ ਮੇਰੇ ਕੋਲ ਭੇਰਾ ਦੇਖਣ ਲਈ। ਉਸ ਵਿੱਚੋਂ ਪੌਣਾ ਘੰਟਾ ਇੱਥੇ ਜਾਇਆ ਹੋ ਜਾਏਗਾ। ਆਪਣੇ ਸਾਥੀਆਂ ਤੋਂ ਪੁੱਛੇ ਬਗੈਰ ਮੈਂ ਸਿੱਧਾ ਅੱਡੇ 'ਤੇ ਮੁੰਤਜ਼ਿਮ ਕੋਲ ਗਿਆ, ਜਿਹੜਾ ਇਮਾਰਤ ਦੇ ਬਰਾਂਡੇ ਵਿੱਚ ਕੁਰਸੀ ਢਾਹ ਕੇ ਹਿਸਾਬ ਕਿਤਾਬ ਕਰ ਰਿਹਾ ਸੀ। ਉਹਨੂੰ ਦੱਸਿਆ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਵੇਖਣ ਦੇ ਕਾਬਲ ਹੋਇਆ ਹਾਂ ਅਤੇ ਕਿਵੇਂ ਮੇਰੇ ਲਈ ਅੱਡੇ ਉੱਤੇ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਰਿਹਾ ਹੈ, ਕਿ ਮਤਲਬ ਔਖਾ ਹੋ ਰਿਹਾ ਹੈ। ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕੱਲ੍ਹ ਆਖੀ ਸੀ।
ਪਰ ਭੇਰੇ ਵਿੱਚ ਹੁਣ ਹੈ ਕੀ ਜਿਸ ਨੂੰ ਵੇਖਣ ਤੁਰੀ ਜਾ ਰਹੇ ਹੋ। ਕਹਿੰਦੇ ਕਿ ਭੇਰੇ ਜਾ ਰਹੇ ਸੀ ਤੇ ਰਸਤੇ ਵਿੱਚ ਬੱਸ ਰੁਕੀ ਹੈ 10-12 ਮੀਲ ਦੀ ਵਿੱਥ ਤੇ। ਕਹਿੰਦੇ ਉੱਥੇ ਬੱਸ ਨੇ ਪੌਣਾ ਘੰਟਾ ਰੁਕਣਾ ਸੀ, ਪਰ ਕਹਿੰਦੇ ਲਿਖ ਕੇ ਕਹਿੰਦੇ ਕਿ ਮੇਰੇ ਅੰਦਰ ਭੇਰੇ ਨੂੰ ਦੇਖਣ ਦੀ ਇੱਛਾ ਸੀ। ਕਾਫੀ ਸਮੇਂ ਬਾਅਦ ਆਏ ਸੀ, ਸਿਰਫ 3 ਘੰਟੇ ਮੈਂ ਉੱਥੇ ਜਾਣਾ ਸੀ, ਪਰ ਮੇਰੇ ਲਈ ਉਹ ਪੌਣਾ ਘੰਟਾ ਜਿਹੜਾ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਰਿਹਾ ਸੀ। ਮੇਰੇ ਮੂੰਹੋਂ ਨਿਕਲਿਆ, ਕੀ ਕਰਾਂ ਜੀ, ਮਿੱਟੀ ਖਿੱਚ ਪਾਉਂਦੀ ਹੈ। ਉਹ ਅਵਾਕ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗਿਆ ਕਿ ਹੈਰਾਨ ਹੋ ਕੇ। ਪਤਲੂਨ ਕੋਟ ਵਾਲੇ ਆਦਮੀ ਦੇ ਮੂੰਹੋਂ ਉਹਨੂੰ ਅਜਿਹਾ ਵਾਕ ਸੁਣਨ ਦੀ ਉਮੀਦ ਨਹੀਂ ਸੀ। ਸ਼ਾਇਦ 15 ਮਿੰਟਾਂ ਦੇ ਅੰਦਰ ਅੰਦਰ ਉਹਨੇ ਬੱਸ ਤੋਰ ਦਿੱਤੀ। ਭੇਰੇ ਦਾ ਆਲਾ ਦੁਆਲਾ ਮੈਨੂੰ ਕੀ ਯਾਦ ਹੋਣਾ ਸੀ, ਪਰ ਉਹ ਇਤਨਾ ਸਰਸਬਜ ਤੇ ਇਤਨਾ ਰਮਣੀਕ ਹੋਵੇਗਾ ਇਸ ਦੀ ਮੈਨੂੰ ਕੋਈ ਕਲਪਨਾ ਨਹੀਂ ਸੀ, ਕਿ ਮੈਂ ਸੋਚ ਨਹੀਂ ਸੀ ਸਕਦਾ। ਝੰਗ ਜਾਂ ਸਰਗੋਧਾ ਉਹਦੇ ਮੁਕਾਬਲੇ ਵਿੱਚ ਰੁੱਖੇ ਇਲਾਕੇ ਸਨ। ਰੇਲਵੇ ਸਟੇਸ਼ਨ ਤੋਂ ਉਤਰ ਕੇ ਭੇਰੇ ਆਓ ਤਾਂ ਸਾਨੀਆਂ ਦਾ ਮੁਹੱਲਾ ਸਭ ਤੋਂ ਪਹਿਲਾਂ ਆਉਂਦਾ ਹੈ, ਪਰ ਬੱਸਾਂ ਦਾ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਹੈ, ਜਿਸ ਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਹਾਂ। ਉਸ ਤੋਂ ਬਾਹਰ ਜਾਂਦਿਆਂ ਡਰੀਦਾ ਹੁੰਦਾ ਹੈ ਜਿਵੇਂ ਉਸ ਤੋਂ ਪਾਰ ਕੋਈ ਦੂਜਾ ਮੁਲਕ ਹੋਵੇ। ਕਹਿੰਦੇ ਕਿ ਲੇਖਕ ਦੇ ਕਹਿਣ 'ਤੇ ਡਰਾਈਵਰ ਨੇ 15 ਮਿੰਟ ਪਹਿਲਾਂ ਹੀ ਬੱਸ ਤੋਰ ਲਈ। ਫਿਰ ਉਹ ਜਾਂਦੇ ਨੇ ਅਤੇ ਸਭ ਤੋਂ ਪਹਿਲਾਂ ਕਹਿੰਦੇ ਸਾਨੀਆਂ ਦਾ ਅੱਡਾ ਆਉਂਦਾ ਹੈ। ਲੇਖਕ ਨੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਉੱਥੋਂ ਦਾ ਜਿਹੜਾ ਅੱਡਾ ਹੈ ਕਿ ਉਹ ਇੰਨਾ ਰਮਣੀਕ ਅਤੇ ਇੰਨਾ ਸੋਹਣਾ ਬਣਿਆ ਹੋਵੇਗਾ, ਕਿਉਂਕਿ ਉਹ ਕਾਫੀ ਸਮੇਂ ਬਾਅਦ ਗਿਆ ਸੀ। ਮੇਰੇ ਸਾਥੀ ਵੇਖ ਕੇ ਹੱਕੇ ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ ਤੇ ਗਲੀ ਯਾਦ ਹੈ। ਇਸ ਬਲੋਚੀ ਦਰਵਾਜ਼ੇ ਅੰਦਰ ਵੜਦਿਆਂ ਸਾਰ ਮੇਰੀ ਪਹਿਲੀ ਪਛਾਣ ਭੇਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ ਹੋਈ। ਮੇਰੇ ਅੰਦਰ ਇੱਕ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ। ਦੁਲੰਗੜੇ ਮਾਰਦਾ ਮੈਂ ਕਿ ਹੱਸਦਾ ਖੇਡਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲੇ ਚੌਂਕ ਜਾ ਪੁੱਜਾ। ਮੈਨੂੰ ਠਾਣਿਆਂ ਦਾ ਵਾਕਿਆ ਵੀ ਯਾਦ ਸੀ। ਇੰਸਪੈਕਟਰ ਮੇਰੇ ਵਾਂਗੀ ਅੱਧ-ਖੜ ਉਮਰ ਦਾ ਆਦਮੀ ਸੀ ਅਤੇ ਭੇਰੇ ਦੇ ਬਥੇਰੇ ਸਾਨੀਆਂ ਨੂੰ ਜਾਣਦਾ ਸੀ। ਬੜੇ ਪਿਆਰ ਨਾਲ ਪੇਸ਼ ਆਇਆ, ਸਗੋਂ ਪਾਸਪੋਰਟ ਉੱਤੇ ਆਮਦ ਤੇ ਰੁਖਸਤਮ ਦੋਹਾਂ ਨੂੰ ਅੰਦਰਾਜ ਇੱਕੋ ਸਮੇਂ ਕਰ ਦਿੱਤੇ, ਤਾਂ ਜੋ ਦੁਬਾਰਾ ਕੋਤਵਾਲੀ ਆਉਣ ਦੀ ਸਾਨੂੰ ਲੋੜ ਨਾ ਪਵੇ। ਰੁਖਸਤ ਮਤਲਬ ਕਿ ਛੁੱਟੀ, ਤੇ ਕੋਤਵਾਲੀ ਕਿ ਵੱਡਾ ਠਾਣਾ। ਵੇਖਿਆ ਮੈਂ ਨਾਲ ਆਏ ਸਾਥੀਆਂ ਸਿਕੰਦਰ, ਸ਼ਾਕਿਰ ਅਤੇ ਮੁਸਤਹਿਮੀਨ ਨੂੰ ਕਿਹਾ, ਮੇਰੇ ਤੇ ਆਪਣੇ ਤੇ ਪਰਾਏ ਸ਼ਹਿਰ ਦਾ ਇਹ ਫਰਕ ਹੁੰਦਾ ਹੈ। ਲੇਖਕ ਕਹਿੰਦਾ ਕਿ ਮੇਰੇ ਸਾਥੀ ਉਸ ਸਮੇਂ ਬਹੁਤ ਹੈਰਾਨ ਹੋ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਮੈਨੂੰ ਆਪਣੇ ਜਿਹੜੇ ਭੇਰੇ ਦੀ ਹਰੇਕ ਗਲੀ ਤੇ ਸੜਕ ਯਾਦ ਹੈ। ਮੈਨੂੰ ਠਾਣੇ ਦਾ ਵੀ ਕਹਿੰਦੇ ਵਾਕਿਆ ਯਾਦ ਸੀ ਕਿੱਧਰਲੇ ਪਾਸੇ ਆ, ਤੇ ਉਹ ਦੱਸਦੇ ਕਿ ਮੈਨੂੰ ਉੱਥੋਂ ਦੀ ਜਿਹੜੀ ਚੀਜ਼ ਦਾ ਪਤਾ ਸੀ ਮੈਂ ਉਹ ਦੱਸੀ ਗਿਆ। ਉੱਥੋਂ ਦੀਆਂ ਖੁਸ਼ਬੂਆਂ ਨਾਲ ਸਭ ਤੋਂ ਪਹਿਲਾਂ ਮੇਰਾ ਵਾਹ ਪਿਆ। ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਰਹੇ ਕਿ ਚੁੱਪ ਰਹੇ। ਮੈਂ ਆਪ ਜਾਣਦਾ ਸਾਂ ਹੁਣ ਇਹ ਸ਼ਾਇਰ ਉਤਨਾ ਹੀ ਮੇਰਾ ਸੀ ਜਿਤਨੀ ਦਿੱਲੀ ਸਿਕੰਦਰ ਦੀ, ਪਰ ਮੈਂ ਸਿਆਣਿਆਂ ਬਣਨ ਦੇ ਰੋਹ ਵਿੱਚ ਨਹੀਂ ਸਾਂ। ਮੁੰਡਿਆਂ ਨੇ ਬਥੇਰਾ ਕਿਹਾ ਕਿਸੇ ਵਾਕਕਾਰ ਨੂੰ ਨਾਲ ਲੈ ਲਈਏ, ਪਰ ਮੈਂ ਇੱਕ ਨਾ ਮੰਨੀ। ਗੰਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਭੰਬਲ ਭੂਸਿਆਂ ਵਿੱਚ ਪੈ ਗਿਆ। ਹਰ ਪਾਸੇ ਇਮਾਰਤਾਂ ਢਹਿ ਕੇ ਢੇਰੀ ਹੋਈਆਂ ਪਈਆਂ ਸਨ। ਹੁਲੀਆ ਸਾਰਾ ਬਦਲਿਆ ਪਿਆ ਸੀ ਕਿ ਮੇਰੇ ਦੋਸਤ ਕਹਿੰਦੇ ਸੀ ਆਪਾਂ ਕਿਸੇ ਨੂੰ ਜਾਣ ਪਹਿਚਾਣ ਵਾਲੇ ਨੂੰ ਨਾਲ ਲੈ ਚਲੀਏ, ਆਪਾਂ ਨੂੰ ਇਸ ਸ਼ਹਿਰ ਦਾ ਨਹੀਂ ਪਤਾ, ਪਰ ਕਹਿੰਦਾ ਮੈਂ ਕਿਸੇ ਦੀ ਨਹੀਂ ਮੰਨੀ। ਪਰ ਜਦੋਂ ਅੱਗੇ ਗਿਆ ਤਾਂ ਮੈਂ ਭੰਬਲ ਭੂਸੇ ਵਿੱਚ ਪੈ ਗਿਆ, ਕਿਉਂਕਿ ਜਿਹੜੀਆਂ ਸਾਰੀਆਂ ਇਮਾਰਤਾਂ ਸੀ ਉਹ ਢੇਰੀ ਹੋਈਆਂ ਪਈਆਂ ਸੀ, ਅਤੇ ਜਿਹੜਾ ਸਾਰਾ ਹੁਲੀਆ ਸੀ ਉਹ ਬਦਲਿਆ ਹੋਇਆ ਸੀ। ਸਾਡੀ ਗਲੀ ਦੇ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ, ਉਹਦੀ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਡਾ ਕੇ ਕੁੱਕਰ, ਜਿਹੜੀ ਚਰਖੇ ਦੀ ਆਵਾਜ਼ ਹੈ, ਮਚਾਈ ਰੱਖਦੀਆਂ ਸਨ। ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਢੰਗ ਦਾ ਸੀ, ਲੱਕੜੀ ਉੱਪਰ ਬਿਹਤਰੀਨ ਚੋਬਕਾਰੀ ਦਾ ਕੰਮ ਸੀ। ਬੜੀਆਂ ਮੁਸ਼ਕਲਾਂ ਨਾਲ ਖੂਹ ਤਾਂ ਲੱਭ ਗਿਆ, ਪਰ ਆਸ-ਪਾਸ ਨਾ ਕੋਈ ਗਲੀ ਨਾ ਮਕਾਨ। ਇੰਜ ਜਾਪਿਆ ਜਿਵੇਂ ਹੁਣੇ ਕੋਈ ਹਵਾਈ ਹਮਲਾ ਹੋਇਆ ਹੋਵੇ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗ ਗਏ ਸਨ। ਕੋਈ ਵਿਰਲੀ ਇਮਾਰਤ ਹੀ ਸਾਬਤ ਖੜੀ ਸੀ। ਸਾਥੀਆਂ ਨੇ ਹਿੰਮਤ ਦਵਾਈ। ਪੁੱਛ ਪਛਾ ਕੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ। ਥੋੜ੍ਹਾ ਚਿਰ ਉਡੀਕਣ ਤੋਂ ਬਾਅਦ ਉਹ ਬਾਹਰ ਆਏ। ਮੇਰੀ ਹੀ ਉਮਰ ਦੇ ਸਨ। ਵੇਖਦਿਆਂ ਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚੇਤੇ ਆ ਗਿਆ। ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸਾਂ। ਮੈਂ ਉਹਨਾਂ ਨੂੰ ਆਪਣੀ ਪਛਾਣ ਕਰਵਾਈ। ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰ ਉਹ ਮੇਰੇ ਗਲ ਨਾਲ ਆ ਲੱਗੇ ਅਤੇ ਜਾਰੋ-ਜਾਰ ਰੋਣ ਲੱਗ ਪਏ। ਦਾਦੇ ਪੋਤਰੇ ਭਰਾ ਸਾਂ ਦੋਵੇਂ, ਇੱਕ ਖੂਨ, ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ, ਮੈਂ ਹਿੰਦੂ ਰਹਿ ਗਿਆ। ਉਹ ਪਾਕਿਸਤਾਨੀ ਸਨ, ਮੈਂ ਹਿੰਦੁਸਤਾਨੀ। ਸਾਡੀਆਂ ਜੁੜੀਆਂ ਹੋਈਆਂ ਬਾਹਾਂ ਅਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ, ਇਤਨੀ ਲੰਬੀ ਤੇ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦੂਜੇ ਦੇ ਦਿਲ ਦੀਆਂ ਧੜਕਣਾਂ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ।
ਇਸ ਅਕਲਪਿਤ ਪ੍ਰਸਥਿਤੀ ਨੇ ਮੈਨੂੰ ਇਤਨਾ ਬੁੰਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ। ਲੇਖ ਦੱਸਦਾ ਕਿ ਉਸ ਨੂੰ ਚੇਤਾ ਸੀ ਕਿ ਉਸਦੇ ਖੂਹ ਦੇ ਸਾਹਮਣੇ ਉਸਦੇ ਚਾਚੇ ਦਾ ਘਰ ਹੈ, ਪਰ ਜਦੋਂ ਉੱਥੇ ਜਾਂਦਾ ਤਾਂ ਉਹਨੂੰ ਖੂਹ ਤਾਂ ਮਿਲ ਜਾਂਦਾ ਪਰ ਉਸਨੂੰ ਚਾਚੇ ਦਾ ਘਰ ਨਹੀਂ ਲੱਭਦਾ। ਫਿਰ ਦੋਸਤਾਂ ਨੇ ਹਿੰਮਤ ਦਿਖਾ ਕੇ ਉਸਦੇ ਚੌਧਰੀ ਗੁਲਾਮ ਦਾ ਘਰ ਮਿਲ ਜਾਂਦਾ ਹੈ। ਉੱਥੇ ਜਦੋਂ ਬੂਹਾ ਖੜਕਾਉਂਦੇ ਨੇ ਤੇ ਚੌਧਰੀ ਗੁਲਾਮ ਅੱਗੋਂ ਆਉਂਦਾ ਹੈ, ਚੌਧਰੀ ਮੁਹੰਮਦ, ਤੇ ਜਦੋਂ ਉਸ ਨੂੰ ਪਹਿਚਾਣ ਨਹੀਂ ਆਉਂਦੀ, ਲੇਖ ਉਸ ਨੂੰ ਪਹਿਚਾਣ ਲੈਂਦਾ ਹੈ। ਫਿਰ ਉਹ ਆਪਣਾ ਨਾਮ ਦੱਸਦਾ, ਆਪਣੇ ਪਿਤਾ ਦਾ ਨਾਮ ਦੱਸਦਾ, ਜਿਸ ਨੂੰ ਕਿ ਉਹ ਪਹਿਚਾਣ ਲੈਂਦਾ ਹੈ, ਚੌਧਰੀ ਮੁਹੰਮਦ। ਫਿਰ ਉਹ ਦੋਨੇ ਇੱਕ ਦੂਜੇ ਦੇ ਗੱਲ ਲੱਗ ਕੇ ਰੋਂਦੇ ਨੇ। ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ। ਘਰ ਨਵਾਂ ਬਣਿਆ ਸੀ, ਬਾਹਰ ਟਿੱਬਾ ਸੀ ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਹੈ। ਇਸ ਉੱਪਰੋਂ ਲੰਘਦੀ ਚਿੱਟਾ ਬੁਰਕਾ ਪਾਈ ਉਸਦੀ ਪਤਨੀ ਮੇਰੀ ਭਾਬੀ ਮਕਾਨ ਦੀ ਪਿਛਵਾੜੀ ਚਲੀ ਗਈ। ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਸਨੂੰ ਚਾਹ ਪਾਣੀ ਦਾ ਆਹਰ ਕਰਨ ਲਈ ਕਿਹਾ, ਪ੍ਰਬੰਧ ਕਰਨ ਲਈ, ਆਹਰ ਮਤਲਬ। ਫਿਰ ਉਹਨਾਂ ਦਾ 18 ਕੁ ਵਰ੍ਹਿਆਂ ਦਾ ਲੜਕਾ ਅੰਦਰ ਆਇਆ, ਅਨਵਰ ਨਾਂ ਸੀ ਸ਼ਾਇਦ ਉਹਦਾ। ਉਹਨੇ ਮੇਰੇ ਪੈਰੀ ਹੱਥ ਲਾਇਆ, ਮੈਂ ਪਿੱਠ ਉੱਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ। 40 ਵਰ੍ਹੇ ਕੋਈ ਘੱਟ ਨਹੀਂ ਹੁੰਦੀ। ਅਤੇ ਫਿਰ ਜਦੋਂ ਅਸੀਂ ਨਿੱਕਿਆਂ ਨੇ ਭੇਰੇ ਦਾ ਸਭ ਕੁਝ ਛੱਡ ਦਿੱਤਾ ਤਾਂ ਮਾਂ ਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ? ਮੈਂ ਚੌਧਰੀ ਸਾਹਿਬ ਤੇ ਆਪਣੇ ਮਕਾਨ ਬਾਰੇ ਪੁੱਛਿਆ, ਪਰ ਉਹਨਾਂ ਗੋਲ ਮੋਲ ਜਿਹਾ ਜਵਾਬ ਦਿੱਤਾ। ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਰਿਹਾ। ਚਾਚਿਆਂ ਤਾਇਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ। ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ ਨੇ ਮੈਨੂੰ ਸ਼ੱਕ ਪੈਣ ਲੱਗ ਪਿਆ। ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ ਸਾਂ, ਇਹ ਸਾਡਾ ਮਕਾਨ ਹੈ। ਚੌਧਰੀ ਸਾਹਿਬ ਨੇ ਢੁਆ ਕੇ ਆਪਣੀ ਜ਼ਮੀਨ ਵਿੱਚ ਨਾਲ ਰਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮੂਹਰਲੇ ਟਿੱਬੇ ਨੂੰ ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ, ਪਰ ਮੈਨੂੰ ਇੰਜ ਹੋ ਜਾਣ ਦਾ ਰੰਜ ਕੋਈ ਨਹੀਂ ਸੀ ਮਹਿਸੂਸ ਹੋ ਰਿਹਾ। ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ। ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਹੈ? ਉਹ ਘੜੀ ਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ, ਆਪਣਾ ਮਕਾਨ ਵੀ तो ढूंढिए। मैं उन्होंने टाल छड़दा, नहीं नहीं, अपने भाई से मिल लिया है, अब मुझे मकान देख के क्या करना है। ਲੇਖ ਆਪਣੇ ਭਰਾ ਨੂੰ ਪੁੱਛਦਾ ਹੈ ਕਿ ਜਿਹੜਾ ਉਹ ਮਕਾਨ ਸੀ ਉਹ ਕਿੱਥੇ ਆ, ਪਰ ਉਹ ਟਾਲ ਮਟੋਲ ਕਰ ਦਿੰਦਾ ਹੈ। ਲੇਖ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਜਿੱਥੇ ਇਸ ਨੇ ਨਵੇਂ ਮਕਾਨ ਬਣਾਏ ਇਹੀ ਉਸਦਾ ਘਰ। ਉਹਨੂੰ ਤਸੱਲੀ ਵੀ ਹੋ ਜਾਂਦੀ ਕਿ ਇਹੀ ਮਕਾਨ ਹੈ। ਫਿਰ ਉਹ ਸੋਚਦਾ ਹੈ ਕਿ ਚਲੋ ਚੰਗਾ ਹੋਇਆ, ਜਿਹੜਾ ਸਾਡਾ ਖਾਨਦਾਨੀ ਘਰ ਉਹ ਮੇਰੇ ਭਰਾ ਦੇ ਕੋਲ ਹੀ ਹੈ। ਜਿਹੜੇ ਦੋਸਤ ਨੇ ਉਹ ਕਹਿੰਦੇ ਨੇ ਕਿ ਆਪਾਂ ਆਪਣਾ ਘਰ ਲੱਭੀਏ, ਪਰ ਲੇਖ ਉਹਨਾਂ ਨੂੰ ਟਾਲ ਮਟੋਲ ਛੱਡਦਾ ਹੈ ਕਿ ਨਹੀਂ, ਮੈਨੂੰ ਮੇਰਾ ਭਰਾ ਮਿਲ ਗਿਆ, ਆਪਾਂ ਘਰ ਲੱਭ ਕੇ ਕੀ ਕਰਨਾ ਹੈ। ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਿਹਾ, ਅਨਵਰ ਜਾ ਉੱਥੋਂ ਦੋਸਤ ਮੁਹੰਮਦ ਨੂੰ ਸੱਦ ਲਿਆ ਮਤੇ ਉਸ ਨੂੰ ਖਬਰ ਹੋਵੇ। ਥੋੜੇ ਚਿਰ ਬਾਅਦ 17 ਕੁ ਵਰ੍ਹਿਆਂ ਦਾ ਬੁੱਢਾ ਦੋਸਤ ਮੁਹੰਮਦ ਵੀ ਆ ਕੇ ਮੰਜੀ ਉੱਤੇ ਬਹਿ ਗਿਆ। ਉਸ ਨੇ ਸਿਰ ਉੱਤੇ ਚਿੱਟੀ ਪੱਗ ਬੰਨੀ ਹੋਈ ਸੀ, ਹੂਬਹੂ ਉਸੇ ਤਰ੍ਹਾਂ ਦੀ ਜਿਵੇਂ ਮੇਰੇ ਪਿਤਾ ਜੀ ਬੰਨ੍ਹਦੇ ਸਨ। ਸ਼ਕਲ ਸੂਰਤ ਬੋਲਚਾਲ ਵੀ ਉਹਨਾਂ ਨਾਲ ਮਿਲਦੀ ਸੀ। ਇਹ ਦੋਸਤ ਮੁਹੰਮਦ ਅਨੇਕਾਂ ਵਰ੍ਹੇ ਦੀਵਾਨ ਦੇਸ਼ ਰਾਜ ਸਾਨੀ ਹੋਰਾਂ ਦੀ ਦੇਖਭਾਲ ਕਰਦਾ ਰਿਹਾ ਸੀ। ਦੀਵਾਨ ਸਾਹਿਬ ਬੈਰਿਸਟਰ ਸਨ ਅਤੇ ਰਾਵਲਪਿੰਡੀ ਪ੍ਰੈਕਟਿਸ ਕਰਦੇ ਸਨ। ਉਹਨਾਂ ਦੇ ਲੜਕੇ ਨਾਲ ਮੇਰੀ ਭੂਆ ਦੀ ਧੀ ਵਿਆਹੀ ਸੀ। ਦੀਵਾਨ ਸਾਹਿਬ ਭੰਡਾਰੇ ਦੇ ਦਿਨ ਤੀਕ ਬਕਾਇਦਾ ਫੇਰਾ ਮਾਰਦੇ ਹੁੰਦੇ ਸਨ, ਕਿਉਂਕਿ ਭੇਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ। ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁੱਲ ਭੁਲਾ ਗਿਆ ਸੀ, ਕਿਉਂਕਿ ਮੇਰੇ ਪਿਤਾ ਦੀ ਘੱਟ ਵੱਧ ਕਦੇ ਭੇਰੇ ਆਉਂਦੇ ਜਾਂਦੇ ਸਨ। ਜੇ ਮੈਂ ਹੋਰ ਵਿਸਤਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨੂੰ ਕੋਈ ਚੇਤੇ ਆ ਜਾਂਦਾ, ਪਰ ਹਾਲਤ ਇਹ ਕੁਝ ਅਜੀਬ ਬਣੀ ਹੋਈ ਸੀ। ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ। ਉਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਗੰਗਾ ਜਮਨਾ ਵਹਿ ਤੁਰੀ ਹੋਵੇ। ਮੇਰੇ ਆਪਣੇ ਲਈ ਬੋਲਣਾ ਔਖਾ ਹੋ ਰਿਹਾ ਸੀ। ਅਖੀਰ ਸਿਕੰਦਰ ਨੇ ਹਲੂਣ ਕੇ ਮੈਨੂੰ ਉਠਾ ਦਿੱਤਾ ਤੇ ਕਹਿਣ ਲੱਗਾ, ਚੱਲੀਏ, ਜਬ ਤੱਕ ਚਾय तैयार होती एक बाहर का चक्कर लगा आते हैं। ਬੇਦਿਲੀ ਨਾਲ ਮੈਂ ਫਿਰ ਗਲੀ ਵਿੱਚ ਆ ਗਿਆ। ਬਿਲਕੁਲ ਓਪਰੀ ਪਈ ਜਾਪਦੀ ਸੀ। ਯਕੀਨ ਨਹੀਂ ਸੀ ਆਉਂਦਾ ਮੈਂ ਇਸ ਗਲੀ ਵਿੱਚ ਖੇਡਦਾ ਹੁੰਦਾ ਸਾਂ। ਉਂਝ ਤਾਂ ਇਤਨੀ ਲੰਬੀ, ਖੁੱਲੀ ਤੇ ਸੋਹਣੀ ਹੁੰਦੀ ਸੀ, ਇਹ ਇਤਨੀ ਛੋਟੀ ਭੀੜੀ ਤੇ ਕੁਝ। ਸਿਕੰਦਰ ਨੇ ਮੈਨੂੰ ਇੱਕ ਸਿਰਿਓਂ ਦੂਜੇ ਸਿਰੇ ਤੀਕ ਦਾ ਚੱਕਰ ਮਾਰਨ ਲਈ ਕਿਹਾ। ਅਚਾਨਕ ਇੱਕ ਘਰ ਦੇ ਅੱਗਿਓਂ ਲੰਘਦਾ ਮੇਰੀ ਨਜ਼ਰ ਉਹਦੇ ਵਿਹੜੇ ਵਿੱਚ ਪਈ। ਮੈਂ ਖਲੋ ਕੇ ਗਿਆ ਤੇ ਕਿਹਾ, ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸਾਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਇਹਦੀ ਕੋਠੀ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸਨ। ਇੱਥੇ ਮੇਰਾ ਦੋਸਤ ਰਹਿੰਦਾ ਹੁੰਦਾ ਸੀ। ਪੌੜੀਆਂ ਕੋਲ ਇੱਕ ਗਰੀਬੜਾ ਜਿਹਾ ਆਦਮੀ ਚਾਦਰ ਵਲੇਟੀ ਪਿਆ ਹੋਇਆ ਸੀ। ਸਿਕੰਦਰ ਨੇ ਉਸ ਕੋਲੋਂ ਅੰਦਰ ਆਉਣ ਦੀ ਇਜਾਜ਼ਤ ਮੰਗ ਲਈ ਤੇ ਮੈਨੂੰ ਕਿਹਾ, ਜਾਈਏ ਅੰਦਰ, ਉੱਪਰ ਵੀ ਜਾਈਏ।
ਨਹੀਂ ਅੰਦਰ ਜਾ ਕੇ ਕੀ ਲੈਣਾ ਹੈ, ਮੈਂ ਕਿਹਾ। ਹੁਣ 22-23 ਵਰ੍ਹਿਆਂ ਦੇ ਸਿਕੰਦਰ ਨੂੰ ਮੈਨੂੰ ਗਲੀ ਵਿੱਚ ਖਲੋ ਕੇ ਇੱਕ ਇੰਜ ਡਾਂਟਿਆ ਜਿਵੇਂ ਉਹ ਮੇਰਾ ਕੋਈ ਬਜ਼ੁਰਗ ਹੋਵੇ। सानी साहब आप कैसे फजूल से तकलबाफात का शिकार हो रहे हैं। हम भी आपकी तरह हैं। जब कभी दिल्ली जाएं अपने छोड़े हुए घरों का कोना कोना शान मारते हैं, चाहे किसी को कितनी भी तकलीफ हो। आपने जहाँ रहना थोड़े है हर किसी का इतना लिहाज किए जा रहे हो। 2 घंटे बाद आप को जहाँ से चले जाना है और फिर आप ते खुदा जाने कभी इधर आना नसीब हो या ना हो। ये सुस्ती छोड़िए और एक जगह बैठ के वक्त गंवाने की बजाय जितना घूम सकते हो देखिए। बराए मेहरबानी जाइए ऊपर। कितना स्वाद मिलिया उन्हां पौड़ियां उपर दोबारा पैर रख के। उपर कोठे उत्ते पुजे तां ऐन अपनियां अखां सामने दूर मैनू अपने घर दा उपरला सूफा साफ दिस पिया। ਉਹਦੇ ਸੱਜੇ ਪਾਸੇ ਵਾਲੀ ਰਸੋਈ ਦਿਸ ਪਈ ਅਤੇ ਮੈਂ ਚੀਕ ਉੱਠਿਆ, ਉਹ ਸਾਡਾ ਘਰ। ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ, ਉਹ ਸਾਡੀ ਰਸੋਈ। ਉਸ ਵੇਲੇ ਖੌਰੇ ਅੰਦਰ ਕਿਹੜਾ ਜਵਾਲਾਮੁਖੀ ਫਟਿਆ। ਰੋਂਦਾ ਤੇ ਘਰਕਦਾ ਮੈਂ ਮਿੱਟੀ ਪੋਚੇ ਫਰਸ਼ ਉੱਪਰ ਢੇਰ ਹੋ ਗਿਆ। ਉਹ ਲੋਕ ਦਿਲਾਸਾ ਦੇਣ ਲਈ ਆਏ। ਮੈਂ ਬੋਲੀ ਜਾ ਰਿਹਾ ਸੀ, ਮੈਨੂੰ ਛੱਡ ਦਿਓ, ਮੈਂ ਘਰ ਨੂੰ ਵੇਖ ਕੇ ਨਹੀਂ ਰੋਇਆ। ਮੈਨੂੰ ਭੈਣ ਦੀ ਯਾਦ ਆ ਰਹੀ ਹੈ ਜਿਹੜੀ ਮਰ ਚੁੱਕੀ ਹੈ। ਰੱਬਾ ਮੇਰੀ ਭੈਣ ਮੋੜ ਦੇ, ਰੱਬਾ ਮੇਰੀ ਭੈਣ ਮੋੜ ਦੇ। ਆਪਣੇ ਆਪ ਉੱਤੇ ਸ਼ਰਮ ਵੀ ਆ ਰਹੀ ਸੀ। ਮੈਂ ਕੀ ਕਰ ਰਿਹਾ ਹਾਂ? ਓਪਰੇ ਦੇਸ਼, ਓਪਰੀ ਥਾਂ, ਓਪਰੇ ਬੰਦਿਆਂ ਦੀ ਮੌਜੂਦਗੀ ਵਿੱਚ, ਪਰ ਮੈਨੂੰ ਆਪਣੇ ਆਪ ਉੱਪਰ ਕੋਈ ਕਾਬੂ ਨਹੀਂ ਸੀ। ਲੇਖ ਦੱਸਦਾ ਕਿ ਉਸਦੇ ਦੋਸਤ ਨੂੰ ਬਾਹਰ ਘੁੰਮਣ ਫਿਰਨ ਲਈ ਲੈ ਕੇ ਜਾਂਦੇ ਨੇ। ਉਹ ਜਦੋਂ ਗਲੀ ਵਿੱਚ ਘੁੰਮ ਫਿਰ ਰਹੇ ਹੁੰਦੇ ਨੇ ਤੇ ਇੱਕ ਘਰ ਵਿੱਚ ਉਸਦੀ ਨਿਗਾਹ ਜਾਂਦੀ ਹੈ, ਜਿਸ ਨੂੰ ਦੇਖ ਕੇ ਉਸਨੂੰ ਯਾਦ ਆ ਜਾਂਦਾ ਕਿ ਇਸ ਘਰ ਵਿੱਚ ਉਹ ਖੇਡਦਾ ਹੁੰਦਾ ਸੀ, ਇਸ ਦੀਆਂ ਪੌੜੀਆਂ ਤੇ ਉਹ ਚੜ੍ਹਦਾ ਹੁੰਦਾ ਸੀ। ਉਹ ਘਰ ਵਿੱਚ ਜਾਂਦਾ ਹੈ ਤੇ ਉੱਥੇ ਜਿਹੜਾ ਬਜ਼ੁਰਗ ਪਿਆ ਹੁੰਦਾ ਉਹ ਕਹਿੰਦਾ ਕਿ ਤੂੰ ਪੌੜੀਆਂ ਚੜ੍ਹ ਕੇ ਉੱਪਰ ਵੀ ਦੇਖ। ਪਹਿਲਾਂ ਤਾਂ ਮਨਾ ਕਰ ਦਿੰਦਾ, ਪਰ ਫਿਰ ਉਹਦੇ ਕਹਿਣ ਤੇ ਉਹ ਪੌੜੀਆਂ ਚੜ੍ਹ ਕੇ ਉੱਪਰ ਦੇਖਦਾ ਤਾਂ ਉਹਨੂੰ ਸਾਹਮਣੇ ਆਪਣਾ ਘਰ ਚੇਤੇ ਆ ਜਾਂਦਾ ਕਿ ਉਹ ਸਾਡਾ ਘਰ ਹੈ। ਉਹ ਰੌਲਾ ਪਾ ਦਿੰਦਾ ਕਿ ਉਹ ਮੇਰਾ ਘਰ ਹੈ, ਪਰ ਉਹਨੂੰ ਘਰ ਨੂੰ ਦੇਖ ਕੇ ਰੋਣ ਲੱਗ ਜਾਂਦਾ। ਫਿਰ ਉਹਨੂੰ ਜਦੋਂ ਪੁੱਛਦੇ ਨੇ ਕਿ ਰੋਣ ਦਾ ਕਾਰਨ, ਤਾਂ ਉਹ ਦੱਸਦੇ ਮੈਂ ਘਰ ਨੂੰ ਦੇਖ ਕੇ ਨਹੀਂ ਰੋਇਆ, ਮੈਨੂੰ ਆਪਦੀ ਭੈਣ ਦੀ ਯਾਦ ਆ ਗਈ ਜਿਹਦੀ ਕੁੜਮਾਈ ਹੋਈ ਸੀ। ਉਹਨੂੰ ਸਾਰੀ ਰਸੋਈ ਵੀ ਯਾਦ ਸੀ। ਕਹਿੰਦੇ ਕਿ ਰੱਬਾ ਮੇਰੀ ਭੈਣ ਮੋੜ ਦੇ। ਉਹ ਆਪਣੀ ਭੈਣ ਦੀ ਕੁੜਮਾਈ ਹੋਣ ਤੇ ਉਹਦੇ ਮਰਨ ਦਾ ਦੁੱਖ ਨੂੰ ਮਹਿਸੂਸ ਕਰਦਾ ਹੈ। ਇਹ ਸੀ ਬੇਟਾ ਆਪਣਾ ਵਾਰਤਕ ਭਾਗ ਵਿੱਚ ਮੁੜ ਵੇਖਿਆ ਪਿੰਡ। ਉਮੀਦ ਹੈ ਕਿ ਸਮਝ ਆਈ ਹੋਵੇਗੀ। ਇਹ ਵੀਡੀਓ ਤੁਸੀਂ ਯਾਦ ਕਰੋਗੇ। ਥੈਂਕ ਯੂ।